ਜੋਰ ਸਾਹਿਬ ਟੋਰਾਂਟੋ ਪੀਅਰਸਨ ਦੇ ਉੱਪਰ ਦੇਖਿਆ ਜਾਵੇ ਕਿ ਕਿੰਨਾ ਕੁ ਵੱਡਾ ਹੈ ਜੀ ਸਾਡੇ ਬੱਚਿਆਂ ਦਾ ਪਹੁੰਚਣਾ, ਉਸ ਤੋਂ ਬਾਅਦ ਰਿਪੋਰਟ ਕਰ ਦੇਣਾ ਹੈ ਜੀ। ਔਰ ਪਹਿਲਾਂ ਸਰਕਾਰ ਨੂੰ ਲਿਆਉਣੇ ਨਹੀਂ ਚਾਹੀਦੇ ਔਰ ਹੁਣ ਰਿਪੋਰਟ ਕਰ ਦਿੱਤਾ। ਪਰ ਇਹਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਜੀ ਕਿ ਪਿਛਲੇ ਸਮੇਂ ਦੇ ਦੌਰਾਨ ਜਿਹਨਾਂ ਦੇ ਪਾਸਪੋਰਟਾਂ 'ਚ ਵੀਜ਼ਾ ਲੱਗਾ ਹੋਇਆ ਸਟੂਡੈਂਟ ਦਾ ਸਟੱਡੀ ਦਾ, ਤੇ ਉਹਨਾਂ ਨੂੰ ਚੈਨ ਜਿਹਾ ਨਹੀਂ ਆ ਰਿਹਾ ਵੀ ਉਹਨਾਂ ਨੂੰ ਪੰਜਾਬ ਦੇ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ, ਭਾਵੇਂ ਕਿ ਸਟੱਡੀ ਦੀਆਂ ਸਾਰੀਆਂ ਆਨਲਾਈਨ ਫੈਸਿਲਿਟੀਜ਼ ਇੱਧਰੋਂ ਇੰਸਟੀਟਿਊਸ਼ਨ ਹੈ ਜਿਹੜੇ ਵਾਰ-ਵਾਰ ਈਮੇਲਾਂ ਭੇਜ ਕੇ ਦੇ ਰਹੇ ਆ, ਪਰ ਤਸੱਲੀ ਨਹੀਂ ਹੋ ਰਹੀ ਵੀ ਜਾਣਾ ਤੇ ਪਰਪਸ ਸਾਡਾ ਕੈਨੇਡਾ ਜਾਣ ਦਾ ਸੀਗਾ, ਪੜ੍ਹਾਈ ਨਹੀਂ ਅਸੀਂ ਉਹਨਾਂ ਦੇ ਲੱਗਦਾ, ਲੇਕਿਨ ਕਿ ਉਹਨਾਂ ਨੂੰ ਐਂਟਰੀ ਨਹੀਂ ਮਿਲੀ ਤੇ ਅੱਜ ਰਾਤ ਨੂੰ ਫਲਾਈਟ ਜਦੋਂ ਵਾਪਸ ਜਾਣੀ ਆ ਤੇ ਉਸ ਦੇ ਵਿੱਚ ਉਹਨਾਂ ਨੂੰ ਵਾਪਸ ਜਾਣਾ ਪਏਗਾ ਜੀ। ਹਾਂ ਸੀ ਸੋ ਮਤਲਬ ਉਹਨਾਂ ਨੂੰ ਡਿਪੋਰਟੇਸ਼ਨ ਦਿੱਤੀ ਹੈ ਸਰਕਾਰ। ਦੇਸ਼ ਵਿਦੇਸ਼ ਵਿੱਚ ਬੈਠੇ ਵੱਖ-ਵੱਖ ਸਾਡੇ ਦਰਸ਼ਕ ਨੇ, ਸੁਣਨ ਵਾਲੇ ਸਰੋਤੇ ਨੇ, ਦੁਨੀਆ ਵਿੱਚ ਵੱਖ-ਵੱਖ ਮੁਲਕਾਂ ਨੂੰ ਵੱਖ-ਵੱਖ ਸਮਾਂ ਆ। ਔਰ ਅਸੀਂ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਸ਼ਹਿਰ ਦੇ ਵਿੱਚ ਸਾਡੇ ਅੰਟਾਰੀਓ ਤੋਂ ਅਸੀਂ ਟੋਰਾਂਟੋ ਤੇ ਪ੍ਰੋਗਰਾਮ ਟੈਲੀਕਾਸਟ ਕਰ ਰਹੇ ਹਾਂ, ਬ੍ਰੌਡਕਾਸਟ ਕਰ ਰਹੇ ਹਾਂ। ਔਰ ਇਸ ਟੋਰਾਂਟੋ ਸਮਾਂ 12:16 ਹੈ। ਤਾਪਮਾਨ ਬਾਹਰਲਾ ਕੋਈ 27 ਤੋਂ 28 ਡਿਗਰੀ ਹੈ ਤੇ ਕਾਫੀ ਗਰਮੀ ਮਹਿਸੂਸ ਕਰ ਰਹੇ ਨੇ ਲੋਕ। ਔਰ ਗਰਮੀ ਦੇ ਵਿੱਚ ਦੇਖਿਆ ਜਾਵੇ ਕਿ ਸਮਾਂ ਹੁੰਦਾ ਸੀ ਪਿਛਲੇ ਸਾਲਾਂ ਤੋਂ ਨਾਇਆਗਰਾ ਫਾਲ ਜਾਂਦੇ ਸੀ, ਬੀਤ ਜਾਂਦੇ ਸੀਗੇ, ਵੱਖ-ਵੱਖ ਐਕਟੀਵਿਟੀ ਸੀ। ਹਾਂਜੀ ਵਿਆਹ ਨਹੀਂ ਹੁੰਦੇ, ਮੈਂ ਤਾਂ ਟਾਕ ਸ਼ੋ ਕਰੂੰਗਾ, ਹੁਣ ਵਿਆਹ ਨਹੀਂ ਹੋ ਰਹੇ ਹਾਂਜੀ, ਤਾਂ ਤੁਸੀਂ ਕੀ ਮਿਸ ਕਰਦੇ ਹੋ? ਹਾਂਜੀ ਬੜਾ ਕੁਛ ਹਾਂਜੀ, ਲੋਕ ਜਿਨ੍ਹਾਂ ਨੇ ਮਨ ਕਰ ਰਹੇ ਸੀ ਭੰਗੜੇ ਪਾਉਣ ਨੂੰ ਉਹ ਭੰਗੜਾ ਨਹੀਂ ਪਾ ਸਕਦੇ ਹਾਂਜੀ, ਔਰ ਮਿਊਜ਼ਿਕ ਸੁਣਨ ਨੂੰ ਉਹ ਮਜ਼ਾ ਨਹੀਂ ਆਉਂਦਾ ਜਿੰਨਾ ਕਿ ਇਕੱਠ ਨਹੀਂ ਹੁੰਦਾ। ਬੜਾ ਕੁਛ ਅਸੀਂ ਮਿਸ ਕੀਤਾ ਆ ਹਾਂਜੀ ਇਸ ਸਾਲ ਦੇ ਵਿੱਚ। ਦੂਜੇ ਪਾਸੇ ਬਹੁਤ ਸਾਰਾ ਕੁਛ ਅਸੀਂ ਨੁਕਸਾਨ ਵੀ ਝੱਲਣਾ ਪਿਆ ਵੱਖ-ਵੱਖ ਮੁਲਕਾਂ ਨੂੰ, ਵੱਖ-ਵੱਖ ਬਿਜ਼ਨਸ ਕਮਿਊਨਿਟੀ ਨੂੰ। ਅਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਇੱਕ ਐਸੀ ਕਲਮ ਜਿਹੜੀ ਕਿ ਦੇਸ਼ ਵਿਦੇਸ਼ ਵਿੱਚ ਪੜ੍ਹੀ ਜਾਂਦੀ ਹੈ ਕਾਫੀ ਲੰਬੇ ਸਮੇਂ ਤੋਂ। ਸਾਡਾ ਡਿਸਟ੍ਰਿਕਟ ਜਲੰਧਰ ਹੈ, ਇਹ ਮੀਡੀਆ ਦੀ ਹੱਬ ਹੈ ਹਾਂਜੀ। ਸੋ ਮੀਡੀਆ ਦੇ ਹੱਬ ਦੇ ਵਿੱਚ ਇੱਕ ਐਸਾ ਇੰਟਰਨੈਸ਼ਨਲ ਨਿਊਜ਼ਪੇਪਰ ਹੈ ਅਜੀਤ ਹਾਂਜੀ। ਇਸ ਅਖਬਾਰ ਅੱਗੇ ਮੈਂ ਸਿਰ ਝੁਕਾਉਂਦਾ ਡਾਕਟਰ ਬਲਜਿੰਦਰ ਸਿੰਘ ਹਮਦਰਦ ਸਾਹਿਬ, ਔਰ ਕਿਉਂ ਝੁਕਾਉਂਦਾ ਕਿ ਇਹਨਾਂ ਦੀ ਟੀਮ ਦੇਸ਼ ਵਿੱਚ ਬੈਠੀ ਆ, ਇਹ ਬੜੀ ਹੀ ਸਿਆਣੀ ਤੇ ਸੁਲਝੀ ਆ ਅਤੇ ਇਹਨਾਂ ਦੀ ਕਲਮ ਜਿਹੜੀ ਹੈ ਔਰ ਇੱਕ ਐਸੀ ਹਰਕਤ ਕਰਦੀ ਹੈ ਜਿਹੜੀ ਕਿ ਕਲਮ ਜੋ ਖਬਰ ਲਿਖਦੀ ਹੈ ਉਹ ਚਾਹੇ ਤੁਸੀਂ ਸਦੀਆਂ ਬਾਅਦ ਵੀ ਪੜ੍ਹੋਗੇ, ਪਿਛਲੀ ਅਖਬਾਰਾਂ ਪੜ੍ਹੋਗੇ ਤੇ ਗਾਂ ਪੜ੍ਹੋਗੇ, ਉਹ ਖਬਰ ਹੀ ਹੁੰਦੀ ਹੈ। ਸੋ ਮੈਨੂੰ ਬੜਾ ਮਾਣ ਹੈ ਕਿ ਜਦੋਂ ਅਸੀਂ ਬੇਨਤੀ ਕਰਦੇ ਹਾਂ ਇਹ ਕਲਮ ਅਤੇ ਇਹ ਆਵਾਜ਼ ਤੁਹਾਡੇ ਅੰਗ ਸੰਗ ਹੁੰਦੀ ਹੈ। ਸਤਪਾਲ ਜੌਲ ਸਾਹਿਬ ਦੀ ਗੱਲ ਮੈਂ ਕਰ ਰਿਹਾ। ਜੌਲ ਸਾਹਿਬ ਜੀ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਬਸ ਸਾਹਿਬ, ਤੁਸੀਂ ਵੱਡੇ ਹੋ, ਸੀਨੀਅਰ ਹੋ, ਉਸ ਦੇ ਬਾਵਜੂਦ ਇੰਨੇ ਖੂਬਸੂਰਤ ਲਫ਼ਜ਼ਾਂ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ, ਸ਼ੁਕਰਗੁਜ਼ਾਰ ਹਾਂ। ਔਰ ਤੁਸੀਂ ਕਿਉਂਕਿ ਦੇਖੋ ਇਹ ਗਾਉਂਦਾ ਪੰਜਾਬ ਰੇਡੀਓ ਦਾ, ਉਸ ਤੋਂ ਬਾਅਦ ਟੈਲੀਵਿਜ਼ਨ ਦਾ ਇਹ ਬੂਟਾ ਇੱਥੇ ਕੈਨੇਡੀਅਨ ਸਮਾਜ ਦੇ ਵਿੱਚ ਆ ਕੇ ਲਗਾਇਆ, ਉਹਨੂੰ ਦਰਖਤ ਬਣਾਇਆ। ਸੋ ਸਾਡੀਆਂ ਸੇਵਾਵਾਂ ਨੂੰ ਕਿਸੇ ਰੂਪ ਦੇ ਵਿੱਚ ਜੇ ਤੁਸੀਂ ਅੱਛਾ ਸਮਝਦੇ ਹੋ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਜੋਰ ਸਾਹਿਬ ਟੋਰਾਂਟੋ ਪੀਅਰਸਨ ਦੇ ਉੱਪਰ ਦੇਖਿਆ ਜਾਵੇ ਕਿ ਕਿੰਨਾ ਕੁ ਵੱਡਾ ਹੈ ਜੀ ਸਾਡੇ ਬੱਚਿਆਂ ਦਾ ਪਹੁੰਚਣਾ, ਉਸ ਤੋਂ ਬਾਅਦ ਰਿਪੋਰਟ ਕਰ ਦੇਣਾ ਹੈ ਜੀ। ਔਰ ਪਹਿਲਾਂ ਸਰਕਾਰ ਨੂੰ ਲਿਆਉਣੇ ਨਹੀਂ ਚਾਹੀਦੇ ਔਰ ਹੁਣ ਰਿਪੋਰਟ ਕਰ ਦਿੱਤਾ ਕਿਉਂਕਿ ਕੋਵਿਡ ਹੈ ਹਿੰਦੁਸਤਾਨ ਦੇ ਵਿੱਚ। ਕਈ ਪੰਜਾਬ ਤੋਂ ਜਾਂ ਵੱਖ ਸਟੇਟਾਂ ਤੋਂ ਦਿੱਲੀ ਆਏ ਹੋਣਗੇ, ਫਲਾਈਟ ਫੜੀ ਹੋਵੇਗੀ, ਹੁਣ ਕਿਵੇਂ ਜਾਣਗੇ? ਇਹ ਕੀ ਸਿਚੁਏਸ਼ਨ ਕੀ ਹੈ ਇਸ ਵੇਲੇ ਏਅਰਪੋਰਟ ਦੀ? ਬਸ ਦੇਖੋ ਆਪਣੇ ਨਾ ਸਰੋਤਿਆਂ ਨੂੰ, ਦਰਸ਼ਕਾਂ ਨੂੰ ਭਲੀ ਭਾਂਤ ਪਤਾ ਵੀ ਇਹ ਕੋਵਿਡ-19 ਕਰਕੇ 24 ਮਾਰਚ 2020 ਤੋਂ ਕਾਫੀ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਆ ਨਾ ਵੀ ਇਹ ਫੋਰਨ ਸਿਟੀਜ਼ਨਸ ਤੇ ਕੈਨੇਡਾ ਦੀ ਐਂਟਰੀ ਦੇ ਵਾਸਤੇ ਲੱਗੀਆਂ ਹੋਈਆਂ ਸੀਗੀਆਂ, ਜਿਹੜੀਆਂ ਕਿ ਹਜੇ ਵੀ ਇਨ ਪਲੇਸ ਨੇ ਐਟਲੀਸਟ 31 ਅਗਸਤ ਤੱਕ। ਵੀ ਉਸ ਤੋਂ ਬਾਅਦ ਗਵਰਨਮੈਂਟ ਨੇ ਇਹਦੇ ਬਾਰੇ ਕੀ ਡਿਸੀਜਨ ਬਣਾਉਣਾ ਉਹ ਅਜੇ ਆਪਾਂ ਅਗਲੇ ਦਿਨਾਂ ਦੇ ਵਿੱਚ ਦੱਸਾਂਗੇ। ਪਰ ਹਾਲ ਦੀ ਘੜੀ ਉਹਨਾਂ ਰਿਸਟ੍ਰਿਕਸ਼ਨਸ ਦੇ ਵਿੱਚ ਇਹ ਗੱਲ ਵੀ ਸ਼ਾਮਲ ਹੈ ਜੀ ਵੀ ਜਿਨ੍ਹਾਂ ਲੋਕਾਂ ਨੂੰ 18 ਮਾਰਚ ਜਾਂ ਉਸ ਤੋਂ ਪਹਿਲਾਂ ਦਾ ਕੋਈ ਸਟੱਡੀ ਵੀਜ਼ਾ ਜਾਂ ਵਰਕ ਵੀਜ਼ਾ ਵਗੈਰਾ ਮਿਲਿਆ ਹੋਇਆ ਤੇ ਉਹਨਾਂ ਦੀ ਜਿਹੜੀ ਐਂਟਰੀ ਦੀ ਇੱਥੇ ਗਾਰੰਟੀ ਨਹੀਂ ਆ, ਸਪੈਸ਼ਲੀ ਉਸ ਸਰਕਮਸਟੈਂਸਸ ਦੇ ਵਿੱਚ ਜਦੋਂ ਕਿ ਕਾਲਜ ਜਿਹੜੇ ਆ ਵੀ ਅਨਸਰਟਨਟੀ ਆ ਕਿ ਅਜੇ ਖੁੱਲੇ ਨਹੀਂ। ਤੁਹਾਨੂੰ ਪਤਾ ਵੀ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਆ ਕੈਨੇਡਾ ਦੀਆਂ ਵੱਡੀਆਂ ਉਹ ਆਲਰੇਡੀ ਐਲਾਨ ਕਰ ਚੁੱਕੀਆਂ ਨੇ ਕਿ ਆਨਲਾਈਨ ਹੀ ਜਿਹੜੇ ਕੋਰਸਿਸ ਨੇ ਉਹ ਪੜ੍ਹਾਏ ਜਾਣਗੇ। ਸੋ ਇਸੇ ਕਰਕੇ ਫੈਡਰਲ ਗਵਰਨਮੈਂਟ ਨੇ ਰਿਲੈਕਸੇਸ਼ਨ ਵੀ ਦਿੱਤੀ ਹੋਈ ਆ ਵੀ ਜਿਹੜਾ ਸਟੱਡੀ ਤੋਂ ਬਾਅਦ ਓਪਨ ਵਰਕ ਪਰਮਿਟ ਮਿਲਦਾ, ਬਸ ਤੁਹਾਨੂੰ ਪਤਾ ਵੀ ਉਹਦੇ ਵਿੱਚ ਕਿਹਾ ਗਿਆ ਕਿ ਵੀ ਜਿਹੜਾ ਇਹ ਫਾਲ ਤੋਂ ਸਮੈਸਟਰ ਸ਼ੁਰੂ ਹੋਣਾ ਸਪਟੈਂਬਰ ਦੇ ਵਿੱਚ ਵੀ ਉਹ ਜੇ ਨਹੀਂ ਵੀ 100% ਇੱਥੇ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਰਹਿ ਕੇ ਪੜ੍ਹਿਆ ਜਾਊਗਾ ਤੇ ਉਹ 50% ਤੱਕ ਜਿਹੜੀ ਐਬਸੈਂਸ ਆ ਉਹ ਗਿਣੀ ਜਾਊਗੀ ਤੇ ਓਪਨ ਵਰਕ ਪਰਮਿਟ ਦੀ ਐਲੀਜੀਬਿਲਿਟੀ ਖਤਮ ਨਹੀਂ ਹੋਏਗੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਫਾਲ ਦਾ ਸਮੈਸਟਰ ਜਿਹੜਾ ਅਟੈਂਡ ਕਰਨ ਦੇ ਲਈ ਜੇ 31 ਦਸੰਬਰ 2020 ਤੋਂ ਪਹਿਲਾਂ ਵੀ ਕੈਨੇਡਾ 'ਚ ਐਂਟਰ ਹੋ ਜਾਇਆ ਜਾਂਦਾ ਤੇ ਸਟੂਡੈਂਟ ਦਾ ਕੋਈ ਨੁਕਸਾਨ ਨਹੀਂ ਹੋਏਗਾ। ਪਰ ਇਹਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਜੀ ਕਿ ਪਿਛਲੇ ਸਮੇਂ ਦੇ ਦੌਰਾਨ ਜਿਹਨਾਂ ਦੇ ਪਾਸਪੋਰਟਾਂ 'ਚ ਵੀਜ਼ਾ ਲੱਗਾ ਹੋਇਆ ਸਟੂਡੈਂਟ ਦਾ ਸਟੱਡੀ ਦਾ, ਤੇ ਉਹਨਾਂ ਨੂੰ ਚੈਨ ਜਿਹਾ ਨਹੀਂ ਆ ਰਿਹਾ ਵੀ ਉਹਨਾਂ ਨੂੰ ਪੰਜਾਬ ਦੇ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ, ਭਾਵੇਂ ਕਿ ਸਟੱਡੀ ਦੀਆਂ ਸਾਰੀਆਂ ਆਨਲਾਈਨ ਫੈਸਿਲਿਟੀਜ਼ ਇੱਧਰੋਂ
ਇੰਸਟੀਚਿਊਸ਼ਨ ਆ ਜਿਹੜੇ ਬਾਰ-ਬਾਰ ਈਮੇਲਾਂ ਭੇਜ ਕੇ ਦੇ ਰਹੇ ਆ, ਪਰ ਤਸੱਲੀ ਨਹੀਂ ਹੋ ਰਹੀ ਵੀ ਜਾਣਾ ਤੇ ਪਰਪਸ ਸਾਡਾ ਕੈਨੇਡਾ ਜਾਣ ਦਾ ਸੀਗਾ, ਪੜ੍ਹਾਈ ਨਹੀਂ ਅਸੀਂ ਉਹਨਾਂ ਦਿਲ ਲੱਗਦਾ ਉਹ ਲੇਕਿਨ ਕਿ ਜੀ ਵੀ ਹੁਣ ਫਿਰ ਸਿਚੁਏਸ਼ਨ ਹੈ। ਪਿਛਲੇ ਦਿਨਾਂ ਤੋਂ ਆਪਾਂ ਭੈਣ ਭਰਾਵਾਂ ਨੂੰ ਦੱਸਦੇ ਵੀ ਆ ਰਹੇ ਹਾਂ, ਸੋਸ਼ਲ ਮੀਡੀਆ ਦੇ ਰਾਹੀਂ ਵੀ ਅਜੀਤ ਅਖਬਾਰ ਦਾ ਤੁਸੀਂ ਹਵਾਲਾ ਦਿੱਤਾ, ਪੰਜਾਬ ਦੇ ਵਿੱਚ ਇੰਟਰਨੈਸ਼ਨਲੀ ਵੱਡੀ ਸਾਰੀ ਖਬਰ ਉਹਦੇ ਵਿੱਚ ਲਾਈ ਸੀਗੀ ਤੇ ਇਹ ਜਿੰਨਾ ਚਿਰ ਰਿਸਟ੍ਰਿਕਸ਼ਨਸ ਇਨ ਪਲੇਸ ਹੈਗੀਆਂ, ਸਟੱਡੀ ਵੀਜ਼ਾ ਤੇ ਕੈਨੇਡਾ ਦੀ ਐਂਟਰੀ ਜਿਹੜੀ ਆ ਉਹ ਬਿਲਕੁਲ ਗਾਰੰਟੀਡ ਨਹੀਂ ਆ, ਔਰ ਕੈਨੇਡੀਅਨ ਐਮਬੈਸੀ ਦਿੱਲੀ ਦੇ ਵਿੱਚ ਲੋਕਾਂ ਨੂੰ ਕਲੈਰੀਫਾਈ ਕਰਨ ਦੀ ਵੀ ਕੋਸ਼ਿਸ਼ ਦੇ ਵਿੱਚ ਨੇ ਜੀ। ਪਰ ਇਹਦੇ ਬਾਵਜੂਦ ਆਪਾਂ ਆਪਣੇ ਢੰਗ ਤਰੀਕੇ ਵਰਤ ਕੇ ਜੀ ਆਪਾਂ ਆਪਣੇ ਜੁਗਾੜਬੰਦੀ ਕਰਕੇ ਜਿਹੜੇ ਭੈਣ ਭਰਾ ਨੇ ਕੋਸ਼ਿਸ਼ ਕਰਦੇ ਨੇ, ਸੋ ਫਿਰ ਉਹਦੇ ਜਿਹੜੇ ਸਿੱਟੇ ਆ ਇਹ ਡਿਪੈਂਡ ਕਰਦਾ ਸਰਕਮਸਟੈਂਸਸ ਤੇ, ਡਿਪੈਂਡ ਕਰਦਾ ਵੀ ਕਿਹੜੇ ਇੰਸਟੀਚਿਊਸ਼ਨ ਦੇ ਵਿੱਚ ਐਡਮਿਸ਼ਨ ਲਿਆ ਹੋਇਆ, ਇਹ ਡਿਪੈਂਡ ਕਰਦਾ ਜੀ ਵੀ ਬਕਾਇਦਾ ਤੌਰ ਤੇ ਉਸ ਇੰਸਟੀਚਿਊਸ਼ਨ ਦੇ ਵੱਲੋਂ ਜਿਹੜੇ ਕੋਰਸਿਸ ਕਿਹੜੇ ਆਫਰ ਕੀਤੇ ਜਾ ਰਹੇ ਆ, ਕਿੰਨੇ ਟਾਈਮ ਦੀ ਸਟੱਡੀ ਆ। ਸੋ ਕੁੱਲ ਮਿਲਾ ਕੇ ਜੇ ਇਹ ਪਤਾ ਲੱਗੇ ਜੀ ਵੀ ਜਿਹੜੀ ਸਟੱਡੀ ਇਹ ਲਈ ਗਈ ਆ ਵੀ ਇਹਦੇ ਲਈ ਕੈਨੇਡਾ ਦੇ ਵਿੱਚ ਹੋਣਾ ਜ਼ਰੂਰੀ ਨਹੀਂ ਆ, ਭਾਵੇਂ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਕਾਫੀ ਵਿੰਗੇ ਟੇਢੇ ਤਰੀਕੇ ਦੇ ਨਾਲ ਵਣ ਦੀ ਲੱਕੜੀ ਕੈਨੇਡਾ 'ਚ ਇਕੱਠੀ ਹੋਣ ਤੋਂ ਬਾਅਦ ਜਿੱਥੇ ਆਪਾਂ ਹੋਰ ਕਈ ਤਰ੍ਹਾਂ ਦੇ ਫਰਾਡ ਕਰਪਸ਼ਨ ਦੀ ਗੱਲ ਕਰਦੇ ਹਾਂ, LMI ਦੀ ਤੇ ਆਰਗੇਨਾਈਜ਼ਡ ਕ੍ਰਾਈਮ ਦੀ ਤੇ ਬਾਕੀ ਸਭ ਕੁਝ, ਉਹਦੇ ਵਿੱਚ ਇਹ ਵੀ ਹੋਣ ਲੱਗ ਗਿਆ ਵੀ ਜਿਹੜੇ ਇਹ ਕੁਝ ਕੁ ਛੋਟੇ ਸਕੂਲ ਕਾਲਜ ਵਗੈਰਾ ਪ੍ਰਾਈਵੇਟ ਖੋਲ੍ਹੇ ਹੋਏ ਨੇ ਫੋਰਨ ਸਟੂਡੈਂਟਸ ਨੂੰ ਪੜ੍ਹਾਉਣ ਦੇ ਨਾਂ ਦੇ ਉੱਤੇ, ਆਪਣੇ ਜਿਹੜੇ ਬਿਜ਼ਨਸ ਰੂਫੀ ਉਹਨਾਂ ਦੇ ਵੱਲੋਂ ਚਿੱਠੀਆਂ ਵੀ ਇਹ ਉੱਦਾਂ ਦੀਆਂ ਬਣਾ ਕੇ ਭੇਜੀਆਂ ਜਾ ਰਹੀਆਂ ਉੱਥੇ, ਜਿਨ੍ਹਾਂ ਨੂੰ ਮੰਨ ਕੇ ਇੱਕ ਤਰੀਕੇ ਦੇ ਨਾਲ ਵੀ ਜਿਹੜੇ ਇਮੀਗ੍ਰੇਸ਼ਨ ਆਫਿਸਰ ਆ ਉਹ ਸਮਝਣ ਵੀ ਇਹ ਉੱਥੇ ਤਾਂ ਜੀ ਕਮਾਲ ਹੋ ਗਈ ਹੈ, ਸਟੂਡੈਂਟ ਦਾ ਜਾਣਾ ਬਹੁਤ ਜ਼ਰੂਰੀ ਆ। ਸੋ ਅੱਜ ਕੱਲ੍ਹ ਉਸ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਜਿਹੜੀਆਂ ਚਿੱਠੀਆਂ ਲੈ ਕੇ ਕਈ ਸਟੂਡੈਂਟ ਜਿਹੜੇ ਇੱਥੇ ਏਅਰਪੋਰਟ ਤੇ ਪਹੁੰਚਦੇ ਆ, ਫਿਰ ਜਦੋਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਆ ਤੇ ਪਾਇਆ ਜਾਂਦਾ ਵੀ ਨਹੀਂ ਇਹ ਜਿਹੜੀਆਂ ਸਰਕਮਸਟੈਂਸਸ ਡਿਫਰੈਂਟ ਨੇ ਤੇ ਜਿਸ ਲਿਹਾਜ਼ ਨਾਲ ਫਿਰ ਐਂਟਰੀ ਜਿਹੜੀ ਡਿਨਾਈ ਹੁੰਦੀ ਆ। ਤੇ ਅੱਜ ਵੀ ਪਤਾ ਲੱਗ ਰਿਹਾ ਵੀ ਜਿਹੜਾ ਤਕਰੀਬਨ ਪੌਣੀ ਦਰਜਨ ਜਿਹੜੇ ਸਟੂਡੈਂਟਸ ਆ 에ਅਰ ਕੈਨੇਡਾ ਦੀ ਫਲਾਈਟ ਤੇ ਆਏ ਸੀਗੇ, ਪਹੁੰਚੇ ਟਰਮੀਨਲ 1 ਤੇ, ਲੇਕਿਨ ਕਿ ਉਹਨਾਂ ਨੂੰ ਐਂਟਰੀ ਨਹੀਂ ਮਿਲੀ ਤੇ ਅੱਜ ਰਾਤ ਨੂੰ ਫਲਾਈਟ ਜਦੋਂ ਵਾਪਸ ਜਾਣੀ ਆ ਤੇ ਉਸ ਦੇ ਵਿੱਚ ਉਹਨਾਂ ਨੂੰ ਵਾਪਸ ਜਾਣਾ ਪਏਗਾ ਜੀ। ਆਈ ਸੀ, ਸੋ ਮਤਲਬ ਉਹਨਾਂ ਨੂੰ ਡਿਪੋਰਟੇਸ਼ਨ ਦਿੱਤੀ ਹੈ ਸਰਕਾਰ ਨੇ। ਇਸ ਸਿਚੁਏਸ਼ਨ ਦੇ ਵਿੱਚ ਬਸ ਸਿਰਫ ਡਿਪੋਰਟੇਸ਼ਨ ਨਹੀਂ ਹੁੰਦੀ ਕਿਉਂਕਿ ਜਿਹੜਾ ਆਲਰੇਡੀ ਸਟੱਡੀ ਵੀਜ਼ਾ ਆ ਉਹ ਵੈਲਿਡ ਆ, ਕੋਰਸ ਵਾਸਤੇ ਵੈਲਿਡ ਆ, ਪਰ ਕਿਉਂਕਿ ਵੀ ਹੁਣ ਇਨ ਬਿਟਵੀਨ ਜਿਹੜਾ ਉਹ ਸਟੱਡੀ ਪਰਮਿਟ ਸੀਗਾ ਉਹ COVID-19 ਦੀਆਂ ਰਿਸਟ੍ਰਿਕਸ਼ਨਸ ਤੋਂ ਪਹਿਲਾਂ ਹੀ ਅਪਲਾਈ ਕੀਤਾ ਸੀਗਾ, ਪਹਿਲਾਂ ਹੀ ਉਹ ਮਿਲਿਆ ਸੀਗਾ, ਲੇਕਿਨ ਕਿ ਬਦਲੇ ਹਾਲਾਤਾਂ ਦੇ ਵਿੱਚ ਹੁਣ ਐਂਟਰੀ ਤੇ ਜਿਹੜਾ ਬੈਨ ਹੋਣ ਕਰਕੇ ਇਹਦੇ ਨਾਲ ਹੀ ਵੀ ਇੰਸਟੀਚਿਊਸ਼ਨ ਜਿਹੜੇ ਦੇ ਵਿੱਚ ਵੀ ਜਾ ਕੇ ਸਟੱਡੀ ਅਟੈਂਡ ਕਰਨੀ ਆ ਵੀ ਉਹ ਵੀ ਸਾਰੇ ਹਾਲਾਤ ਚੇਂਜ ਹੋਣ ਜਾਣ ਕਰਕੇ ਐਡਵਾਈਜ਼ ਕਰਕੇ ਸਟੂਡੈਂਟ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੁੰਦਾ ਕਿ ਵੀ ਤੂੰ ਜਦੋਂ ਸਿਚੁਏਸ਼ਨ ਨਾਰਮਲ ਹੋ ਜਾਏਗੀ, ਜਦੋਂ ਸਕੂਲ ਕਾਲਜ ਖੁੱਲ ਜਾਣਗੇ, ਜਦੋਂ ਤੂੰ ਇੱਥੇ ਆ ਕੇ ਪੜ੍ਹ ਸਕੇਗਾ ਜਾਂ ਪੜ੍ਹ ਸਕੇਗੀ, ਉਦੋਂ ਵਾਪਸ ਆ ਜਾਣਾ। ਸੋ ਡਿਪੋਰਟੇਸ਼ਨ ਤੇ ਨਹੀਂ ਮੰਨਿਆ ਜਾਂਦਾ, ਸੋ ਇਹ ਤਰੀਕੇ ਦੇ ਨਾਲ ਵਾਪਸ ਭੇਜਿਆ ਜਾਂਦਾ ਦੁਬਾਰਾ ਆਉਣ ਦੇ ਲਈ ਜਦੋਂ ਹਾਲਾਤ ਠੀਕ ਹੋ ਜਾਣ। ਪਰ ਸਵਾਲ ਇਹ ਪੈਦਾ ਹੁੰਦਾ ਕਿ 에ਅਰਲਾਈਨ ਜਿਹੜੀ ਕਿਉਂ ਪਿਕ ਕਰਦੀ ਹੈ ਫਿਰ ਉੱਥੋਂ, ਹੈ ਜੀ ਇਹ ਵੀ ਦੇਖਣ ਵਾਲੀ ਗੱਲ ਹੈ ਕਿ 에ਅਰਲਾਈਨ ਜਿਹੜੀ ਆ ਉਹ ਸ਼ੁੱਡ ਰਿਫਿਊਜ਼ ਦੈਟ, ਉਹਨਾਂ ਕੋਲ ਇੰਸਟਰਕਸ਼ਨ ਹੋਣੀ ਚਾਹੀਦੀ ਹੈ ਕਿ ਤੁਸੀਂ ਇਹ ਪੈਸੇਂਜਰ ਕੈਰੀ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਸਰ ਠੀਕ ਹੈ, ਜਦੋਂ ਇਹੋ ਜਿਹੇ ਹਾਲਾਤ ਦੇ ਵਿੱਚ ਭੈਣ ਭਰਾ ਫਸ ਜਾਂਦੇ ਆ ਫਿਰ ਕਸੂਰ ਤੇ ਕਿਸੇ ਨਾ ਕਿਸੇ ਦਾ ਕੱਢਣਾ ਹੀ ਹੁੰਦਾ। ਪਰ ਦੂਸਰੇ ਪਾਸੇ ਇਹ ਹੈ ਜੀ ਵੀ ਜਿਹੜੀਆਂ ਰੰਗ ਬਿਰੰਗੀਆਂ ਚਿੱਠੀਆਂ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜੀਆਂ ਇਹ ਦੇਸੀ ਸਕੂਲ ਕਾਲਜ ਜਿਨ੍ਹਾਂ ਨੇ ਖੋਲੇ ਹੋਏ ਨੇ, ਵੀ ਤੁਹਾਨੂੰ ਪਤਾ ਹੀ ਆ ਵੀ ਇਹ ਮੁਲਕਾਂ ਦੇ ਵਿੱਚ ਧਰਤੀ ਵੀ ਉਹੀ ਹੈ, ਹਵਾ ਵੀ ਉਹੀ ਹੈ, ਪਾਣੀ ਵੀ ਉਹੀ ਹੈ, ਵੀ ਮਨੁੱਖਾਂ ਨੇ ਦੇਸ਼ ਚਲਾਉਣਾ ਹੁੰਦਾ ਹੈ। ਸੋ ਜੇ ਹੁਣ ਕਰਪਟ ਬੁੱਧੀ ਵਾਲੇ ਲੋਕਾਂ ਨੇ ਆ ਕੇ ਇੱਥੇ ਬਿਜ਼ਨਸ ਸਥਾਪਿਤ ਕਰ ਲਏ ਆ, ਚਿੱਠੀਆਂ ਉਦਾਂ ਦੀਆਂ ਬਣਾ ਕੇ ਦੇ ਰਹੇ ਨੇ ਜਿੱਦਾਂ ਦੀਆਂ ਕਿ ਨੂੰ ਦਿੱਲੀ ਤੋਂ ਪੰਜਾਬ ਤੋਂ ਆਮ ਜਿਹੜੀਆਂ ਉੱਥੇ ਆਪਾਂ ਬਾਈ ਕਰ ਸਕਦੇ ਹਾਂ। ਸੋ ਇਹ ਜੀ ਵੀ ਉਹ ਜਿਹੜੀਆਂ ਚਿੱਠੀਆਂ ਨੇ ਰੰਗ ਬਿਰੰਗੀਆਂ, ਉਸ ਦੇ ਬੇਸ ਤੇ ਇਹ ਹੋ ਸਕਦਾ 에ਅਰਲਾਈਨ ਨੇ ਜਿਹੜਾ ਵੀ ਉੱਥੇ ਉਹ ਪੜ੍ਹ ਕੇ ਮੈਨੂੰ ਪੈਰਾਗ੍ਰਾਫ ਆ ਜਿਹੜਾ ਲੋਕਾਂ ਨੇ ਅੱਜ ਪੜ੍ਹ ਕੇ ਸੁਣਾਇਆ ਕਿ ਸਾਡੀ ਚਿੱਠੀ ਦੇ ਵਿੱਚ ਆਹ ਲਿਖਿਆ ਹੋਇਆ, ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਵਗੈਰਾ ਵਗੈਰਾ। ਸੋ ਉਸ ਬੇਸ ਤੇ ਅਲਾਓ ਕਰ ਦਿੱਤਾ ਹੋਵੇ, ਲੇਕਿਨ ਕਿ ਇਹ ਰਿਸਪੌਂਸਿਬਿਲਿਟੀ ਹਾਂਜੀ ਡਾਕੂਮੈਂਟੇਸ਼ਨ ਠੀਕ ਆ, ਵੀਜ਼ਾ ਇਨ ਪਲੇਸ ਹੈ, ਠੀਕ ਆ, ਉਹਦੇ ਕੋਲ ਹੈਗੇ ਆ ਡਾਕੂਮੈਂਟੇਸ਼ਨ, ਪਰ ਐਂਟਰੀ ਦਾ ਆਖਰੀ ਡਿਸੀਜਨ ਆ ਜਿਹੜਾ ਉਹ ਕੈਨੇਡੀਅਨ ਇਮੀਗ੍ਰੇਸ਼ਨ ਆਫਿਸਰ ਨੇ ਬਣਾਉਣਾ, 에ਅਰਲਾਈਨ ਨੇ ਨਹੀਂ। ਉਹਨਾਂ ਦੀ ਰਿਸਪੌਂਸਿਬਿਲਿਟੀ ਤੇ ਲਿਆਉਣ ਤੱਕ ਤੇ ਲਿਜਾਣ ਤੱਕ ਹੀ ਹੈ। ਆਈ ਸੀ, ਸੋ ਮਤਲਬ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਹੈ। ऑफ कोर्स और ਇਹ ਸਮਝਾਇਆ ਜਾ ਰਿਹਾ ਕਾਫੀ ਲੰਬੇ ਸਮੇਂ ਤੋਂ, ਔਰ ਕੋਈ ਰੀਜ਼ਨ ਤਾਂ ਹੈ ਨਹੀਂਗਾ ਕੰਪੈਲਿੰਗ ਤੇ ਇੱਥੇ ਆਉਣਾ ਕਿਉਂ ਜ਼ਰੂਰੀ ਹੈ ਸਟੂਡੈਂਟ ਦਾ ਇਸ ਅੱਜ ਦੀ ਸਥਿਤੀ ਦੇ ਵਿੱਚ, ਪਰ ਲੋਕ ਮੰਨ ਨਹੀਂ ਰਹੇ, ਟਿਕ ਨਹੀਂ ਰਹੇ ਜੀ, ਉਹ ਮੱਛੀ ਦਾ ਪੱਥਰ ਚੱਟ ਕੇ ਮੁੜਨ ਵਾਲੀ ਗੱਲ ਹੈ ਜੀ। ਜੱਜ ਸਾਹਿਬ ਇੱਕ ਹੋਰ ਸਵਾਲ, ਕੱਲ ਜਸਟ ਟੇਕਿੰਗ ਓਨਲੀ ਫਿਊ ਸੈਕਿੰਡ, ਕੱਲ अर्ਲੀ ਮਾਰਨਿੰਗ ਤੁਸੀਂ ਜਦ ਲੇਟ ਹੋਣਾ ਸਾਡਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਚੁਣੇ ਗਏ ਨੇ ਅਰਨ ਅਟੂਲ, ਹਾਂਜੀ, ਕਿਉਂਕਿ ਟੂ अर्ਲੀ ਕੋਈ ਵੀ ਜਿਹੜਾ ਐਨਾਲਿਸਿਸ ਆਇਆ ਹੋਵੇ ਜਾਂ ਪੋਲ ਆਇਆ ਹੋਵੇ ਟੂ अर्ਲੀ ਹੈ ਲੀਡਰਾਂ ਬਾਰੇ, ਪਰ ਫਿਰ ਵੀ ਤੁਹਾਡੇ ਮੁਤਾਬਕ ਕੀ ਚਰਚਾ ਕੀ ਹੈ ਇਸ ਲੀਡਰ ਦੀ? ਦੇਖੋ ਜੀ, ਏਰਨ ਓਟੂਲ ਹੈ ਜਿਹੜੇ ਇੱਕ ਤੇ ਤੀਸਰੀ ਟਰਮ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਨੇ 2012 ਦੇ ਵਿੱਚ ਪਹਿਲੀ ਵਾਰ ਉਹ ਡੋਰਮ ਇਲਾਕੇ ਚ ਚੁਣੇ ਗਏ ਸੀਗੇ, 2015 ਚ ਫਿਰ ਬਸ ਉਹ ਚੁਣੇ ਗਏ, 2018 ਪਿੱਛੇ 19 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਫਿਰ ਚੁਣੇ ਗਏ ਸੀਗੇ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਓਨਟਾਰੀਓ ਨੂੰ ਕਾਫੀ ਇੱਕ ਅਰਸੇ ਤੋਂ ਬਾਅਦ
ਹੋ ਸਕਦਾ ਤੁਸੀਂ ਵੀ 38 ਸਾਲ ਦੇ ਵਿੱਚ ਸ਼ਾਇਦ ਨਾ ਦੇਖਿਆ ਹੋਵੇ ਕੋਈ ਓਨਟਾਰੀਓ ਦਾ ਕੋਈ MP ਹੋਵੇ ਜਿਹੜਾ ਉਹ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਜਾ ਕੇ ਬਣਿਆ ਹੋਵੇ। ਸੋ ਇੱਕ ਲੰਬੇ ਸਮੇਂ ਤੋਂ ਓਨਟਾਰੀਓ ਨੂੰ ਬਾਅਦ ਮੌਕਾ ਮਿਲਿਆ ਕਿ ਇੱਥੋਂ ਦਾ ਕੋਈ ਜਿਹੜਾ ਜੀ ਕੋਈ ਓਨਟਾਰੀਅਨ ਆ ਉਹ ਫੈਡਰਲ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਿਆ ਤੇ ਉਹ ਪ੍ਰਾਈਮ ਮਿਨਿਸਟਰ ਬਣਨ ਦਾ ਦਾਅਵੇਦਾਰ ਹੋਏਗਾ। ਸੋ ਇਸ ਲਿਹਾਜ਼ ਨਾਲ ਇਹ ਆ ਜੀ ਕਿ ਉਹ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਬੈਕ ਤੇ ਆ ਉਹ ਅਲਬਰਟਾ ਦੇ ਵਿੱਚ ਸਟੀਫਨ ਹਾਰਪਰ ਤੇ ਜੇਸਨ ਕੈਨੀ ਸਮਝੇ ਜਾਂਦੇ ਆ। ਉਹਨਾਂ ਨੂੰ ਬਕਾਇਦਾ ਤੌਰ ਤੇ ਕੰਗ੍ਰੈਚੁਲੇਟ ਵੀ ਕੀਤਾ ਹੈ। ਸੋ ਅਲਬਰਟਾ ਦੇ ਵਿੱਚ ਇਹ ਜੀ ਵੀ ਖਾਸ ਤੌਰ ਤੇ ਆਪਾਂ ਦੇਖਿਆ ਸੀਗਾ ਸਸਕਾਚਵਾਨ ਦੇ ਵਿੱਚ ਜਿਹੜੀ ਪਿਛਲੇ ਸਾਲ ਇਲੈਕਸ਼ਨ ਹੋਈ ਆ ਉਧਰ ਵੈਸਟਰਨ ਏਰੀਆਜ਼ ਦੇ ਵਿੱਚ ਲਿਬਰਲ ਪਾਰਟੀ ਦਾ ਸਫਾਇਆ ਹੋ ਗਿਆ ਸੀਗਾ। ਪ੍ਰੋਵਿੰਸਿਸ ਦੇ ਵਿੱਚ ਉੱਥੇ ਇੱਕ ਵੀ ਸੀਟ ਨਹੀਂ ਸੀ ਮਿਲੀ, ਜਿਸ ਕਰਕੇ ਕਿ ਵੈਸਟਰਨ ਏਲੀਅਨੇਸ਼ਨ ਦੀ ਗੱਲ ਬੜੀ ਜਿਹੜੀ ਉੱਭਰ ਕੇ ਸਾਹਮਣੇ ਆ ਗਈ ਸੀਗੀ। ਸੋ ਜਸਟਿਨ ਟਰੂਡੋ ਹੋਣਾ ਦੇ ਨਾਲ ਵੀ ਜਦੋਂ ਕੱਲ ਏਰੀਨ ਓਲਟੂਲ ਦੀ ਪਹਿਲੀ ਗੱਲਬਾਤ ਹੋਈ ਆ ਫੋਨ ਤੇ ਕਾਫੀ ਸਾਰੇ ਇਸ ਤਰ੍ਹਾਂ ਦੇ ਇਸ਼ੂਜ਼ ਆ ਜਿਹੜੇ ਉਹਨਾਂ ਨੇ ਉਭਾਰ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਹੁਣ ਅੱਜ ਵੀ ਪੋਲਸ ਦੇ ਵਿੱਚ ਆਪਾਂ ਦੇਖ ਰਹੇ ਸੀਗੇ ਕਿ 20 ਚੈਰਿਟੀ ਕਰਕੇ ਇਸ ਤੋਂ ਪਹਿਲਾਂ ਜਿਹੜੀ ਕੰਟਰੋਵਰਸੀ ਸ਼ੁਰੂ ਹੋਣ ਤੋਂ ਲਿਬਰਲ ਪਾਰਟੀ ਜਾਂ ਜਸਟਿਨ ਟਰੂਡੋ ਉਹਨਾਂ ਦਾ ਗ੍ਰਾਫ ਕਾਫੀ ਅਪ ਜਾ ਰਿਹਾ ਸੀਗਾ, ਲੇਕਿਨ ਕਿ ਇਹ 20 ਚੈਰਿਟੀ ਦੀ ਕੰਟਰੋਵਰਸੀ ਆਉਣ ਤੋਂ ਬਾਅਦ ਗ੍ਰਾਫ ਉਹਨਾਂ ਦਾ ਫਿਰ ਉੱਥੇ ਕੀ ਚਲੇ ਗਿਆ ਜਿੱਥੇ ਮਾਰਚ ਤੋਂ ਪਹਿਲਾਂ ਸੀ। ਸੋ ਉਸ ਲਿਹਾਜ਼ ਨਾਲ ਇੱਕ ਵਾਰ ਫਿਰ ਥੋੜੀ ਜਿਹੀ ਕਾਂਟੇ ਦੀ ਟੱਕਰ ਇੱਕ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਪਾਰਟੀ ਦੇ ਵਿਚਕਾਰ ਤਾਜ਼ਾ ਸਰਵੇ ਦੇ ਮੁਤਾਬਕ ਬਣਦੀ ਫਿਰ ਨਜ਼ਰ ਆ ਰਹੀ ਹੈ। ਐਸੀ ਬੜੀ ਮਿਹਰਬਾਨੀ ਜੋਰਜ ਸਾਹਿਬ ਤੁਹਾਡਾ ਫੋਨ ਕਰਨ ਬਹੁਤ ਬਹੁਤ ਸ਼ੁਕਰੀਆ। ਔਰ NDP ਦੇ ਵੀ ਲੀਡਰ ਸਾਡੇ ਅੰਟਾਰੀਓ ਦੇ ਹਾਂਜੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਦੀ ਕੋਸ਼ਿਸ਼ ਵਿੱਚ ਸੀਗੇ, ਸਫਲਤਾ ਨਹੀਂ ਮਿਲੀ। ਮੇਰੇ ਖਿਆਲ ਹੁਣ ਸਫਲਤਾ ਜਿਹੜੀ ਦੂਰ ਚਲੇ ਗਈ ਹੈ ਔਰ ਦੇਖ ਆਉਣ ਵਾਲਾ ਸਮਾਂ ਜਿਹੜਾ ਹੈ ਇਸ ਸਾਲ ਇਲੈਕਸ਼ਨ ਹੁੰਦੀ ਹੈ ਜਾਂ ਨਹੀਂ ਹੁੰਦੀ, ਮੈਂ ਕਿ ਟੂ ਅਰਲੀ ਟੂ ਆਸਕ ਐਂਡ ਟੂ ਅਰਲੀ ਟੂ ਸੇ। ਮਿਹਰਬਾਨੀ ਜੀ। ਮਤਲਬ ਉਹ ਓਨਟਾਰੀਓ ਤੋਂ ਵੈਸੇ ਜਾ ਚੁੱਕੇ ਨੇ, ਹੁਣ BC ਦੇ ਉਹ ਨੇਟਿਵ ਬਣ ਗਏ ਆ ਜਾ ਕੇ ਜੀ। ਯੂ ਰਾਈਟ ਯਾ BC ਨੂੰ ਸਰਵ ਕਰ ਰਹੇ ਨੇ ਜੀ। ਇਹ ਪੋਲਿਟਿਕਸ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਮੂਵ ਹੋ ਜਾਂਦੇ ਨੇ। ਹਾਂਜੀ ਥੈਂਕ ਯੂ ਸੋ ਮਚ। ਹਾਂਜੀ ਥੈਂਕ ਯੂ ਸੋ ਮਚ। ਮਿਹਰਬਾਨੀ ਬਹੁਤ ਸ਼ੁਕਰੀਆ।